ਸੰਧੂ ਸਾਹਿਬ, ਹੁਣ ਮੂਸੇਵਾਲਾ ਕਤਲकांड ਤੋਂ ਬਾਅਦ ਇੱਦਾਂ ਲੱਗਦਾ ਵੀ ਪੰਜਾਬ ਦੇ ਵਿੱਚ ਗੈਂਗਸਟਰਾਂ ਵੱਲੋਂ ਧਮਕੀਆਂ ਦੇਣ ਦਾ ਜਿਹੜਾ ਸਿਲਸਿਲਾ ਉਹ ਲਗਾਤਾਰ ਵੱਧਦਾ ਹੀ ਜਾ ਰਿਹਾ। ਮੂਸੇਵਾਲਾ ਕਤਲकांड ਤੋਂ ਬਾਅਦ ਅਸਲ ਵਿੱਚ ਗੈਂਗਸਟਰ ਤਾਂ ਪਹਿਲਾਂ ਵੀ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਸੀ ਬਣੇ, ਔਰ ਪੰਜਾਬ ਵਿੱਚ ਬਹੁਤ ਸਾਰੇ ਕਾਂਡ ਹੋਏ ਜਿਨ੍ਹਾਂ ਦੇ ਪਿੱਛੇ ਗੈਂਗਸਟਰਾਂ ਦਾ ਹੱਥ ਸ਼ਾਮਲ ਸੀ ਜਾਂ ਸਿੱਧੇ ਤੌਰ 'ਤੇ ਸ਼ਾਮਲ ਸੀ। ਔਰ ਇਹ ਜਿਹੜੇ ਗੈਂਗਸਟਰ ਫੜੇ ਹੋਏ ਨੇ ਜੇਲ੍ਹਾਂ ਦੇ ਵਿੱਚ, ਜਿਨ੍ਹਾਂ ਤੋਂ ਅੱਜ ਕੱਲ੍ਹ ਦਿੱਲੀ ਪੁਲਿਸ ਜਾਂ ਪੰਜਾਬ ਪੁਲਿਸ ਜਿਹੜੀ ਆ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਕੇ ਪੁੱਛਗਿੱਛ ਕਰ ਰਹੀ ਹੈ, ਇਹ ਸਾਰੇ ਬਹੁਤ ਸਾਰੀਆਂ ਵਾਰਦਾਤਾਂ ਦੇ ਵਿੱਚ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਹੋਏ ਸੀ ਔਰ ਉਹ ਕਈਆਂ ਨੂੰ ਸਜ਼ਾਵਾਂ ਹੋਈਆਂ ਨੇ, ਕਈ ਅਜੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਨੇ, ਉਹ ਇਸ ਵੇਲੇ ਜੇਲ੍ਹਾਂ ਦੇ ਵਿੱਚ ਬੰਦ ਨੇ। ਪਰ ਜਿਹੜਾ ਹੁਣ ਇਹ ਮੂਸੇਵਾਲਾ ਕਤਲकांड ਤੋਂ ਬਾਅਦ ਇੱਕ ਨਵਾਂ ਰੁਝਾਨ ਤੁਰਿਆ ਹੈ ਕਿ ਆਮ ਲੋਕਾਂ ਨੂੰ, ਨੇਤਾਵਾਂ ਨੂੰ, ਅਫਸਰਾਂ ਨੂੰ, ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਔਰ ਖ਼ਾਸ ਕਰਕੇ ਇਹ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਪਿਛਲੇ ਦਿਨਾਂ ਦੇ ਵਿੱਚ, ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਲੈ ਕੇ ਹੀ ਦਿੱਤੀਆਂ ਗਈਆਂ ਨੇ। ਉਹਦੇ ਕਾਰਨ ਲੋਕਾਂ ਵਿੱਚ ਵੀ ਚਿੰਤਾ ਹੈ, ਸਿਆਸੀ ਨੇਤਾਵਾਂ ਵਿੱਚ ਵੀ ਚਿੰਤਾ ਹੈ। ਰੋਜ਼ ਅਖਬਾਰਾਂ ਦੇ ਵਿੱਚ ਇਹੀ ਖਬਰਾਂ ਸੁਰਖੀਆਂ ਬਣੀਆਂ ਹੁੰਦੀਆਂ ਨੇ ਕਿ ਅੱਜ ਇਸ ਆਦਮੀ ਨੂੰ ਧਮਕੀ ਦਿੱਤੀ ਗਈ, ਅੱਜ ਇਸ ਨੂੰ ਧਮਕੀ ਦਿੱਤੀ ਗਈ। ਫਰੌਤੀ ਦੀ ਮੰਗ ਕੀਤੀ ਜਾਂਦੀ ਹੈ, ਜੇ ਫਰੌਤੀ ਨਹੀਂ ਦਿੰਦੇ ਤਾਂ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ, ਬੁਰੇ ਹਸ਼ਰ ਦੀ ਧਮਕੀ ਦਿੱਤੀ ਜਾਂਦੀ ਹੈ। ਪੰਜਾਬ ਪੁਲਿਸ ਜਿਹੜੀ ਇਸ ਸੰਬੰਧ ਦੇ ਵਿੱਚ ਮੁਕੱਦਮੇ ਦਰਜ ਕਰਕੇ ਅਣਪਛਾਤੇ ਲੋਕਾਂ ਦੇ ਖਿਲਾਫ ਅਤੇ ਜਾਂਚ ਪੜਤਾਲ ਦੀ ਗੱਲ ਕਰਕੇ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ, ਮਾਮਲੇ ਦੇ ਉੱਤੇ ਜੋ ਵੀ ਸਾਹਮਣੇ ਆਵੇਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪਰ ਅਜੇ ਤੱਕ ਇਹਦੇ ਵਿੱਚ ਕੋਈ ਨਹੀਂ ਸਾਹਮਣੇ ਆਇਆ, ਬਲਕਿ ਜਿਹੜੇ ਵੱਡੇ ਵੱਡੇ ਕਾਂਡ ਹੋਏ ਨੇ ਉਹਦੇ ਨਾਲ ਸੰਬੰਧਿਤ ਲੋਕ ਜਿਹੜੇ ਸੀ ਉਹ ਵੀ ਨਹੀਂ ਫੜੇ ਗਏ। ਆਪਣੇ ਸਾਹਮਣੇ ਮਿਸਾਲ ਹੈ ਕਿ ਜਿਹੜਾ ਸਿੱਧੂ ਮੂਸੇਵਾਲਾ ਕਤਲकांड ਹੈ ਉਹਦੇ ਜਿਹੜੇ ਵਿੱਚ ਗੋਲੀ ਚਲਾਉਣ ਵਾਲੇ ਸ਼ਾਰਪ ਸ਼ੂਟਰ ਸੀ ਉਹ ਅੱਜ ਤੱਕ ਨਹੀਂ ਫੜੇ ਗਏ। ਹੁਣ ਹਾਲ ਹੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ ਨੇ ਮਾਨਸਾ ਤੋਂ, ਜਗਜੀਤ ਸਿੰਘ ਮਿਲਖਾ, ਉਹਨਾਂ ਨੂੰ ਧਮਕੀ ਮਿਲੀ ਹੈ। ਜਗਜੀਤ ਸਿੰਘ ਮਿਲਖਾ ਜਿਹੜੇ ਨੇ, ਇਹਨਾਂ ਨੇ ਸਰਦੂਲਗੜ੍ਹ ਤੋਂ ਚੋਣ ਲੜੀ ਸੀ। ਆ ਜਿਹੜੀਆਂ ਫਰਵਰੀ ਦੇ ਵਿੱਚ ਚੋਣਾਂ ਹੋਈਆਂ ਨੇ ਜੀ, ਇਹਦੇ ਵਿੱਚ ਉਹਨਾਂ ਨੇ ਚੋਣ ਲੜੀ ਸੀ। ਇਹ ਠੀਕ ਗੱਲ ਹੈ ਕਿ ਉਹ ਹਾਰ ਗਏ ਸੀ, ਮਾਨਸਾ ਨਾਲ ਸੰਬੰਧਿਤ ਨੇ ਉਹ। ਅਤੇ ਜਦੋਂ ਉਹ ਚੋਣ ਹਾਰ ਗਏ ਉਸ ਤੋਂ ਬਾਅਦ ਇਹ ਜਦੋਂ ਸਿੱਧੂ ਮੂਸੇਵਾਲਾ ਕਤਲकांड ਹੋਇਆ ਤਾਂ ਉਸ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਹਦੇ ਵਿੱਚ ਇਹ ਮੰਗ ਕੀਤੀ ਸੀ ਕਿ ਸਿੱਧੂ ਮੂਸੇਵਾਲਾ ਕਤਲकांड ਦੀ ਜਾਂਚ CBI ਤੋਂ ਕਰਵਾਈ ਜਾਣੀ ਚਾਹੀਦੀ ਹੈ। ਇਸ ਪਟੀਸ਼ਨ ਨਾਲ ਵੀ ਉਹ ਚਰਚਾ ਵਿੱਚ ਆਏ ਸੀ। ਹਾਲਾਂਕਿ ਪਹਿਲਾਂ ਵੀ ਇਲਾਕੇ ਦੇ ਵਿੱਚ ਕਾਫੀ ਉਹਨਾਂ ਦਾ ਅਸਰ ਸੂਖ ਹੈ, ਇਸ ਕਰਕੇ ਹੀ ਉਹਨਾਂ ਨੂੰ ਵਿਧਾਇਕ ਦੀ ਟਿਕਟ ਮਿਲੀ ਸੀ ਵਿਧਾਨ ਸਭਾ ਦੀ ਚੋਣ ਲੜਨ ਵਾਸਤੇ। ਪਰ ਜਦੋਂ ਉਹਨਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਅਤੇ ਉਸ ਤੋਂ ਬਾਅਦ ਉਹ ਕਾਫੀ ਚਰਚਾ ਦੇ ਵਿੱਚ ਆਏ, ਕਿਉਂਕਿ ਉਸ ਵੇਲੇ ਵੱਖ-ਵੱਖ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ। ਕੋਈ ਇਹ ਕਹਿ ਰਿਹਾ ਸੀ ਕਿ ਇਸ ਕਾਂਡ ਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਹਨਾਂ ਦੇ ਪਰਿਵਾਰ ਦੀ ਮੰਗ ਵੀ ਸੀ ਕਿ ਜਾਂ ਇਹਦੀ ਜਾਂਚ ਜਿਹੜੀ ਹੈ ਹਾਈ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ ਜਾਂ ਕੇਂਦਰੀ ਏਜੰਸੀਆਂ ਤੋਂ ਕਰਵਾਈ ਜਾਵੇ। ਪਰ ਹੋਇਆ ਅਖੀਰ ਵਿੱਚ ਉਹੀ ਹੈ ਜੋ ਪੰਜਾਬ ਸਰਕਾਰ ਨੇ ਕੀਤਾ, ਔਰ ਉਹਨਾਂ ਨੇ ਉਹਦੇ ਵਾਸਤੇ ਇੱਕ ਆਪਣੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਅਤੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰੇਗੀ। ਨਾ ਹਾਈ ਕੋਰਟ ਦੇ ਜੱਜ ਤੋਂ ਹੋਈ, ਨਾ CBI ਤੋਂ ਹੋਈ, ਨਾ NIA ਤੋਂ ਹੋਈ, ਨਾ ਕਿਸੇ ਹੋਰ ਏਜੰਸੀ ਤੋਂ ਇਹਦੀ ਜਾਂਚ ਹੋਈ ਜੀ। ਔਰ ਉਸ ਵਿਅਕਤੀ ਨੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੇਰੀ ਗੱਡੀ ਦਾ ਰੋਜ਼ਾਨਾ ਪਿੱਛਾ ਕੀਤਾ ਜਾ ਰਿਹਾ ਹੈ ਔਰ ਮੈਨੂੰ ਇੰਝ ਲੱਗਦਾ ਹੈ ਕਿ ਮੇਰੀ ਰੈਕੀ ਕੀਤੀ ਜਾ ਰਹੀ ਹੈ ਕਿ ਮੈਂ ਕਿੱਥੇ ਜਾਂਦਾ, ਕਿੱਥੋਂ ਆਉਂਦਾ ਅਤੇ ਮੇਰੇ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਹੈ। ਮੈਂ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ, ਪਰ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ। ਆਪਣੇ ਨੰਬਰਾਂ ਤੋਂ ਉਹਨਾਂ ਨੇ SSP ਨੂੰ ਸਾਰੀ ਇਸ ਦੀ ਜੋ ਜਾਣਕਾਰੀ ਭੇਜੀ ਹੈ ਘਟਨਾ ਚੱਕਰ ਦੀ ਕਿ ਕਿਹੜੀ ਕਿਹੜੀ ਗੱਡੀ ਮੇਰਾ ਪਿੱਛਾ ਕਰਦੀ ਹੈ। ਉਹਨਾਂ ਗੱਡੀਆਂ ਦੇ ਨੰਬਰ ਵੀ ਦਿੱਤੇ ਨੇ ਉਹਨਾਂ ਨੇ SSP ਨੂੰ, ਪਰ SSP ਨੇ ਉਹਨਾਂ ਵੱਲ ਦੇਖਿਆ ਤੱਕ ਵੀ ਨਹੀਂ। WhatsApp ਦੇ ਉੱਤੇ ਉਹ ਮੈਸੇਜ ਵੀ ਨਹੀਂ ਪੜ੍ਹੇ ਅਤੇ ਨੰਬਰ ਵੀ ਨਹੀਂ ਪੜ੍ਹੇ। ਸ਼ਾਇਦ ਇਸ ਚੀਜ਼ ਦਾ ਪਤਾ ਲੱਗ ਜਾਂਦਾ ਮੈਸੇਜ ਭੇਜਣ ਵਾਲੇ ਨੂੰ ਕਿ ਮੇਰਾ ਮੈਸੇਜ ਅੱਗੇ ਪੜ੍ਹਿਆ ਗਿਆ ਕਿ ਨਹੀਂ ਪੜ੍ਹਿਆ ਗਿਆ ਜੀ। ਤਾਂ ਜਗਜੀਤ ਸਿੰਘ ਮਿਲਖਾ ਨੇ ਕਿਹਾ ਕਿ ਮੇਰੇ ਮੈਸੇਜ ਪੜ੍ਹੇ ਹੀ ਨਹੀਂ ਗਏ। ਉਸ ਤੋਂ ਬਾਅਦ ਉਹਨਾਂ ਨੇ ਫ਼ੋਨ ਕਰਕੇ SSP ਨੂੰ ਮਿਲਣ ਦਾ ਸਮਾਂ ਮੰਗਿਆ, ਉਸ ਨੂੰ ਮਿਲਣ ਦਾ ਸਮਾਂ ਵੀ ਨਹੀਂ ਮਿਲਿਆ। ਇਸ ਦੌਰਾਨ ਇੱਕ ਜਿਹੜੇ ਡਿਪਟੀ CM ਨੇ ਪੰਜਾਬ ਦੇ, ਸਾਬਕਾ ਡਿਪਟੀ CM OP ਸੋਨੀ, ਕਾਂਗਰਸ ਦੀ ਸਰਕਾਰ ਵੇਲੇ ਜਿਹੜੇ ਡਿਪਟੀ CM ਰਹੇ ਨੇ,
ਉਹਨਾਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲੀਆਂ ਨੇ। ਉਹਨਾਂ ਦੇ ਜਿਹੜੇ ਨਿੱਜੀ ਨੰਬਰ ਨੇ ਉਹਨਾਂ ਦੇ ਉੱਤੇ ਫੋਨ ਕੀਤੇ ਜਾ ਰਹੇ ਨੇ। ਧਮਕੀਆਂ ਦੇਣ ਵਾਲੇ ਜਿਹੜੇ ਨੇ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਲੈ ਰਹੇ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਜਾਂ 10 ਲੱਖ ਰੁਪਈਆ ਦਿਓ ਅਤੇ ਨਹੀਂ ਤਾਂ ਫਿਰ ਤੁਹਾਡੀ ਖੈਰ ਨਹੀਂ ਹੈ, ਜਾਂ ਤੁਸੀਂ ਆਪਣਾ ਹਸ਼ਰ ਜਿਹੜਾ ਹੈ ਉਹ ਭੁਗਤਣ ਵਾਸਤੇ ਤਿਆਰ ਰਹੋ ਜੀ। ਓਪੀ ਸੋਨੀ ਦਾ ਇਹ ਕਹਿਣਾ ਹੈ ਕਿ ਮੈਂ 35 ਸਾਲ ਤੋਂ ਸਿਆਸਤ ਵਿੱਚ ਹਾਂ, ਮੈਂ ਅੱਜ ਤੱਕ ਕਦੀ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ, ਡਿਪਟੀ CM ਵੀ ਰਿਹਾ ਹਾਂ ਔਰ ਇਸ ਵੇਲੇ ਮੇਰੀ ਜਿਹੜੀ ਹੈ ਸੁਰੱਖਿਆ ਉਹ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਮੇਰੀ ਸੁਰੱਖਿਆ ਵਧਾਈ ਜਾਏ। ਇਹ ਵੀ ਪਤਾ ਲੱਗਿਆ ਕਿ ਕੋਈ ਸੁਰੱਖਿਆ ਉਹਨਾਂ ਦੀ ਵਧਾਈ ਵੀ ਗਈ ਹੈ ਜੀ। ਇਹ ਜਿਹੜੇ ਓਪੀ ਸੋਨੀ ਨੇ ਇਹਨਾਂ ਨੇ ਸਭ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਉਸ ਵੇਲੇ ਰਿਟ ਪਾਈ ਸੀ ਜਦੋਂ VVIP ਦੀਆਂ ਸੁਰੱਖਿਆ ਜਿਹੜੀ ਹੈ ਉਹ ਵਾਪਸ ਲਈ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ। ਹਾਲਾਂਕਿ ਸਿੱਧੂ ਮੂਸੇਵਾਲਾ ਕਤਲਕਾਂਡ ਉਸ ਤੋਂ ਬਾਅਦ 'ਚ ਵਾਪਰਿਆ, ਪਹਿਲਾਂ ਸੁਰੱਖਿਆ ਵਾਪਸ ਲਈ ਗਈ ਸੀ ਅਤੇ ਪਹਿਲਾਂ ਹੀ ਉਹਨੇ ਓਪੀ ਸੋਨੀ ਨੇ ਰਿਟ ਪਾਈ ਸੀ। ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਕੁਝ ਲੋਕਾਂ ਦੀ ਸੁਰੱਖਿਆ ਵਾਪਸ ਕਰ ਦਿੱਤੀ ਗਈ ਸੀ। ਫਿਰ ਜਦੋਂ ਬਲੂ ਸਟਾਰ ਆਪਰੇਸ਼ਨ ਦਾ ਜਿਹੜੀ ਸਮਾਗਮ ਮਨਾਏ ਜਾ ਰਹੇ ਸੀਗੇ, ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਸੀ, ਉਹ ਲੰਘ ਗਿਆ। ਉਸ ਤੋਂ ਬਾਅਦ ਫਿਰ ਸਾਰਿਆਂ ਦੀ ਪਹਿਲਾਂ ਵਾਂਗ ਹੀ ਸੁਰੱਖਿਆ ਕਰ ਦਿੱਤੀ ਗਈ। ਜਿੰਨੇ ਸਿਕਿਉਰਿਟੀ ਗਾਰਡ, ਜਿੰਨੀਆਂ ਗੱਡੀਆਂ, ਜੋ ਕੁਛ ਪਹਿਲਾਂ ਸੀ ਸਾਰਾ ਉਹਨਾਂ ਨੂੰ ਮਿਲ ਗਿਆ। ਹੁਣ ਇਹ ਧਮਕੀਆਂ ਮਿਲਣ ਤੋਂ ਬਾਅਦ ਓਪੀ ਸੋਨੀ ਨੇ ਫੇਰ ਮੰਗ ਕੀਤੀ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ, ਮੇਰੀ ਸੁਰੱਖਿਆ ਹੋਰ ਵਧਾਈ ਜਾਣੀ ਚਾਹੀਦੀ ਹੈ ਔਰ ਉਹਨਾਂ ਨੇ ਅਪੀਲ ਕੀਤੀ ਹੈ ਭਗਵੰਤ ਮਾਨ ਦੀ ਸਰਕਾਰ ਨੂੰ। ਇਸ ਦੌਰਾਨ ਇੱਕ ਅਜਨਾਲਾ ਦੇ ਸਾਬਕਾ ਵਿਧਾਇਕ ਨੇ ਅਮਰਪਾਲ ਸਿੰਘ ਬੋਨੀ, ਉਹਨਾਂ ਨੂੰ ਵੀ ਉਹਨਾਂ ਦੇ WhatsApp ਨੰਬਰ ਦੇ ਉੱਤੇ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਔਰ ਉਹਨਾਂ ਨੂੰ ਵੀ ਧਮਕੀ ਦਿੱਤੀ ਗਈ ਹੈ ਕਿ ਜਾਂ ਤੁਸੀਂ ਸਾਡੀ ਗੱਲ ਮੰਨੋ ਅਤੇ ਨਹੀਂ ਅਤੇ ਆਪਣਾ ਹਸ਼ਰ ਭੁਗਤਣ ਵਾਸਤੇ ਤਿਆਰ ਰਹੋ। ਹੁਣ ਇਹ ਤਾਂ ਗੱਲ ਸੀ ਜਿਹੜੇ ਸਿਆਸੀ ਲੋਕ ਸੀ, ਸਿਆਸੀ ਨੇਤਾ ਸੀ, ਉਹਨਾਂ ਨੂੰ ਕਿੰਨੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਇਹਦੇ ਤੋਂ ਇਲਾਵਾ ਪੰਜਾਬ ਦੇ ਵਿੱਚ ਕੁਝ ਦੁਕਾਨਦਾਰਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਨੇ। ਫਾਜ਼ਿਲਕਾ ਦੇ ਵਿੱਚ 2 ਦੁਕਾਨਦਾਰਾਂ ਨੇ ਪੁਲਿਸ ਦੇ ਕੋਲ ਆਪਣੀ ਦਰਖਾਸਤ ਦਿੱਤੀ ਹੈ ਕਿ ਸਾਨੂੰ ਲਾਰੈਂਸ ਦੇ ਨਾਂ ਦੇ ਉੱਤੇ ਸਾਡੇ ਕੋਲੋਂ ਫਰੌਤੀ ਮੰਗੀ ਗਈ ਹੈ, 2 ਲੱਖ ਰੁਪਈਆ ਮੰਗਿਆ ਗਿਆ। ਇੱਕ ਦੁਕਾਨਦਾਰ ਨੇ ਕਿਹਾ, ਦੂਜੇ ਨੇ ਵੀ ਕਿਹਾ ਕਿ ਮੇਰੇ ਕੋਲੋਂ ਵੀ ਧਮਕੀ ਦੇ ਕੇ ਪੈਸਿਆਂ ਦੀ ਮੰਗ ਕੀਤੀ ਗਈ ਹੈ ਔਰ ਇਹ ਪੂਰੀ ਡਿਟੇਲ ਜਿਹੜਾ ਫੋਨ ਕਰਨ ਵਾਲਾ ਉਹਨੇ ਲੰਬੀ ਚੌੜੀ ਗੱਲ ਕੀਤੀ ਹੈ, ਉਸਦੀ ਰਿਕਾਰਡਿੰਗ ਵੀ ਕੀਤੀ ਹੋਈ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ, ਕਿੱਥੇ ਆਉਂਦੇ ਜਾਂਦੇ ਹੋ, ਕਦੋਂ ਜਾਂਦੇ ਹੋ, ਤੁਹਾਡੀ ਫੈਮਿਲੀ ਵਿੱਚ ਕਿੰਨੇ ਮੈਂਬਰ ਨੇ ਅਤੇ ਕਿੱਥੇ ਤੁਹਾਡੀ ਰਿਹਾਇਸ਼ ਹੈ। ਇਹ ਸਾਰਾ ਕੁਝ ਅਸੀਂ ਪਤਾ ਕਰ ਲਿਆ ਅਤੇ 2 ਲੱਖ ਰੁਪਏ ਦਾ ਜਿੰਨੀ ਜਲਦੀ ਪ੍ਰਬੰਧ ਕਰ ਲਿਓਗੇ ਓਨਾ ਹੀ ਤੁਹਾਡੇ ਵਾਸਤੇ ਚੰਗਾ ਹੋਏਗਾ, ਨਹੀਂ ਤਾਂ ਫਿਰ ਤੁਸੀਂ ਆਪਣੀ ਫੈਮਿਲੀ ਦਾ ਅਤੇ ਆਪਣੀ ਸੁਰੱਖਿਆ ਦਾ ਆਪੇ ਪ੍ਰਬੰਧ ਕਰ ਲਓ। ਨਾਲ ਜਿਹੜਾ ਇਹ ਬੰਦੇ ਨੇ ਜਿਹਨੇ ਧਮਕੀ ਦਿੱਤੀ ਹੈ ਉਸਨੇ ਇਹ ਵੀ ਕਿਹਾ ਕਿ ਮੈਂ ਲਾਰੈਂਸ ਗੈਂਗ ਤੋਂ ਬੋਲਿਆ, ਜੇ ਤਸੱਲੀ ਕਰਨੀ ਹੈ ਅਤੇ ਜਿਹੜੇ ਨੰਬਰ ਤੋਂ ਮੈਂ ਬੋਲਿਆ ਇਹ ਨੰਬਰ ਲੈ ਕੇ ਪੁਲਿਸ ਕੋਲ ਚਲੇ ਜਾਓ, ਪੁਲਿਸ ਵਾਲੇ ਤੁਹਾਨੂੰ ਆਪੇ ਦੱਸ ਦੇਣਗੇ ਕਿ ਇਹ ਨੰਬਰ ਕਿਹਦਾ ਹੈਗਾ ਅਤੇ ਤਸੱਲੀ ਕਰਨ ਤੋਂ ਬਾਅਦ ਫਿਰ ਜਿਹੜੀ ਫਰੌਤੀ ਦੀ ਰਕਮ ਹੈ ਉਹ ਦੇ ਦੇਣਾ। ਦੋਨਾਂ ਦੁਕਾਨਦਾਰਾਂ ਤੋਂ 2-2 ਲੱਖ ਰੁਪਈਆ ਮੰਗਿਆ ਗਿਆ ਕਿ ਆਪਣੀ ਤਸੱਲੀ ਕਰ ਲਓ ਤੁਸੀਂ ਕਿ ਇਹ ਫੋਨ ਕਿਹਦਾ ਹੈਗਾ। ਉਸ ਤੋਂ ਬਾਅਦ ਹੁਣ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਜਦੋਂ ਵੱਖ-ਵੱਖ ਲੋਕਾਂ ਨੂੰ ਫੋਨ ਆਉਂਦੇ ਨੇ, ਆਮ ਲੋਕਾਂ ਨੂੰ, ਦੁਕਾਨਦਾਰਾਂ ਨੂੰ, ਸਿਆਸੀ ਨੇਤਾਵਾਂ ਨੂੰ, ਅਤੇ ਫਿਰ ਸਾਰੇ ਲੋਕਾਂ, ਕਿਉਂਕਿ ਇਹਦੀਆਂ ਖਬਰਾਂ ਮੀਡੀਆ ਦੇ ਵਿੱਚ ਨਸ਼ਰ ਹੋ ਜਾਂਦੀਆਂ ਨੇ, ਸੋਸ਼ਲ ਮੀਡੀਆ ਦੇ ਉੱਤੇ ਪੈ ਜਾਂਦੀਆਂ ਨੇ, ਪੁਲਿਸ ਕੋਲ ਉਹਦੀਆਂ ਰਿਪੋਰਟਾਂ ਦਰਜ ਹੋ ਜਾਂਦੀਆਂ ਨੇ, ਅੱਗੇ ਤੋਂ ਅੱਗੇ ਸਾਰੇ ਜਿਹੜੀ ਖਬਰ ਉਹ ਫੈਲ ਜਾਂਦੀ ਹੈ। ਲੋਕਾਂ ਵਿੱਚ ਦਹਿਸ਼ਤ, ਭੈ, ਖੌਫ ਦਾ ਮਾਹੌਲ ਜਿਹੜਾ ਉਹ ਉਸ ਤੋਂ ਬਾਅਦ ਪਹਿਲਾਂ ਬਣਿਆ। ਪਹਿਲਾਂ ਵੀ ਵਾਰ-ਵਾਰ ਵਿਰੋਧੀ ਧਿਰਾਂ ਵਾਲੇ ਜਿਹੜੇ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਉੱਤੇ ਨਿਸ਼ਾਨੇ ਲਾ ਰਹੇ ਨੇ ਕਿ ਇਹ ਸਰਕਾਰ ਇੰਝ ਲੱਗਦਾ ਜਿਵੇਂ ਬੱਚਿਆਂ ਵੱਲੋਂ ਚਲਾਈ ਜਾ ਰਹੀ ਹੈ, ਇਹਦੇ ਕੋਲੋਂ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਉਹ ਕਾਬੂ ਨਹੀਂ ਆ ਰਹੀ, ਲੋਕਾਂ ਦੀ ਜਾਨ ਮਾਲ ਨੂੰ ਖਤਰਾ ਬਣਿਆ ਆ, ਦਿਨ ਦਿਹਾੜੇ ਕਤਲ ਹੋ ਰਹੇ ਨੇ, ਸਰਕਾਰ ਅਜੇ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਰਹੀ। 2 ਚੀਜ਼ਾਂ ਨੇ, ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਕਰਕੇ ਅਤੇ ਇੱਕ ਧਮਕੀਆਂ ਮਿਲਣ ਕਰਕੇ। ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ ਜਿਹੜਾ ਕਬੱਡੀ ਖਿਡਾਰੀ ਸੀ, ਮੋਗੇ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ। ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਹੋਈਆਂ ਉਹਨਾਂ ਤੋਂ ਬਾਅਦ ਇਹ ਧਮਕੀਆਂ ਦੇ ਸਿਲਸਿਲੇ ਦੌਰਾਨ ਆਮ ਲੋਕ ਜਿਹੜੇ ਨੇ ਉਹ ਬੜੇ ਆਪਣੇ ਆਪ ਨੂੰ ਮੁਸ਼ਕਲ ਸਥਿਤੀ ਦੇ ਵਿੱਚ ਸਮਝ ਰਹੇ ਨੇ ਔਰ ਆਮ ਲੋਕ ਤੇ ਕੁਝ ਨਹੀਂ ਕਰ ਸਕਦੇ, ਇਹੀ ਮੰਗ ਕਰ ਸਕਦੇ ਨੇ ਕਿ ਸਰਕਾਰ ਜਿਹੜੀ ਹੈ ਉਹ ਇਸ ਸਥਿਤੀ ਨੂੰ ਠੀਕ ਕਰੇ, ਸੰਭਾਲੇ, ਤਾਂ ਕਿ ਉਹ ਸੁੱਖ ਚੈਨ ਦੇ ਨਾਲ ਆਪਣਾ ਜੀਵਨ ਜਿਹੜਾ ਉਹ ਬਸਰ ਕਰ ਸਕਣ। ਜੀ ਸੰਧੂ ਸਾਹਿਬ, ਹੁਣ ਪੰਜਾਬ ਪੁਲਿਸ ਦੇ ਖਿਲਾਫ ਲਾਰੈਂਸ ਬਿਸ਼ਨੋਈ ਸੁਪਰੀਮ ਕੋਰਟ ਜਾ ਰਿਹਾ ਜੀ। ਜਿਹੜੇ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਉਹਨਾਂ ਨੇ
ਇਸ ਗੱਲ ਦੇ ਉੱਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਕਿ ਜਦੋਂ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਤੋਂ ਲਿਆਂਦਾ ਗਿਆ ਸੀ, ਉਹ ਵੀ ਰਾਤ ਵੇਲੇ ਲਿਆਂਦਾ ਗਿਆ ਔਰ ਉਸ ਨੂੰ 3 ਵਜੇ ਤੜਕੇ ਅਦਾਲਤ ਦੇ ਵਿੱਚ ਮਾਨਸਾ 'ਚ ਪੇਸ਼ ਕਰ ਦਿੱਤਾ ਗਿਆ। ਪੇਸ਼ ਕਰਕੇ ਉਸ ਦਾ 7 ਦਿਨ ਦਾ ਰਿਮਾਂਡ ਲੈ ਲਿਆ ਜੀ। ਉੱਥੇ ਲਾਰੈਂਸ ਬਿਸ਼ਨੋਈ ਵੱਲੋਂ ਕੋਈ ਵਕੀਲ ਨਹੀਂ ਪੇਸ਼ ਹੋ ਸਕਿਆ 3 ਵਜੇ ਸਵੇਰੇ, ਔਰ ਉਹਦੇ ਪੱਖ ਦੇ ਵਿੱਚ ਗੱਲ ਕਰਨ ਵਾਲਾ ਕੋਈ ਨਹੀਂ ਸੀਗਾ ਜਿਹੜਾ ਇਸ ਰਿਮਾਂਡ ਦਾ ਵਿਰੋਧ ਕਰਦਾ ਕਿ ਰਿਮਾਂਡ ਘੱਟ ਦਿੱਤਾ ਜਾਵੇ ਜਾਂ ਨਾ ਦਿੱਤਾ ਜਾਵੇ। ਉਸ ਤੋਂ ਬਾਅਦ ਇਹ ਰਿਮਾਂਡ 7 ਦਿਨ ਦਾ ਜਿਹੜਾ ਖਤਮ ਹੋ ਗਿਆ ਔਰ ਵਕੀਲ ਨੇ ਕਿਹਾ ਕਿ ਅਸੀਂ ਵਾਰ-ਵਾਰ ਇਹ ਵੀ ਉਸ ਦੌਰਾਨ ਵੀ ਉਹ ਕਹਿੰਦੇ ਰਹੇ ਨੇ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਜਿਹੜਾ 3rd ਡਿਗਰੀ ਟਾਰਚਰ ਕੀਤਾ ਜਾ ਰਿਹਾ ਹੈ ਔਰ ਇਹ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ, ਉਸ ਦੀਆਂ ਹਦਾਇਤਾਂ ਦਾ ਸ਼ਰੇਆਮ ਉਲੰਘਣ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਜਿਹੜੀ ਪੁੱਛਗਿੱਛ ਹੈ ਇਸ ਨੂੰ ਵੀਡੀਓ ਰਿਕਾਰਡਿੰਗ ਦੇ ਥੱਲੇ ਕੀਤਾ ਜਾਣਾ ਚਾਹੀਦਾ ਹੈ ਔਰ 3rd ਡਿਗਰੀ ਜਿਹੜਾ ਤਰੀਕੇ ਨੇ ਉਹ ਇਸਤੇਮਾਲ ਨਹੀਂ ਕੀਤੇ ਜਾਣੇ ਚਾਹੀਦੇ। ਇਸ ਦੇ ਬਾਵਜੂਦ ਇਹਨਾਂ ਸਾਰੀਆਂ ਗੱਲਾਂ ਦਾ ਉਲੰਘਣ ਕੀਤਾ ਗਿਆ ਔਰ ਵਕੀਲ ਨੇ ਇਹ ਵੀ ਕਿਹਾ ਕਿ ਜਦੋਂ 7 ਦਿਨ ਦਾ ਰਿਮਾਂਡ ਖਤਮ ਹੋ ਗਿਆ ਤਾਂ ਉਸ ਨੂੰ ਫਿਰ ਰਾਤ ਵੇਲੇ ਹੀ ਅੱਧੀ ਰਾਤ ਨੂੰ ਦੁਬਾਰਾ ਫਿਰ ਮਾਨਸਾ ਦੇ ਵਿੱਚ ਪੇਸ਼ ਕਰਕੇ ਜ਼ਿਲ੍ਹਾ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਕੇ ਰਾਤ ਵੇਲੇ ਹੀ ਉਸ ਦੀ ਜਿਹੜੀ ਰਿਮਾਂਡ ਦੀ ਮਿਆਦ ਹੈ ਉਹ ਹੋਰ 5 ਦਿਨ ਵਧਾ ਲਈ ਗਈ ਹੈ। ਇਹ ਬਿਲਕੁਲ ਗਲਤ ਗੱਲ ਹੈ। ਉਸ ਨੂੰ ਜਦੋਂ ਦੁਬਾਰਾ ਪੇਸ਼ ਕੀਤਾ ਜਾਣਾ ਚਾਹੀਦਾ ਸੀ, ਉੱਥੇ ਵਕੀਲਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਸੀ। ਅਸੀਂ ਕਈ ਗੱਲਾਂ ਉਠਾਉਣੀਆਂ ਸੀ ਕਿ ਆਖਰਕਾਰ ਉਸ ਨੂੰ ਰਾਤ ਨੂੰ ਹੀ ਕਿਉਂ ਪੇਸ਼ ਕੀਤਾ ਜਾਂਦਾ ਹੈ। ਇਹਦੇ ਪਿੱਛੇ ਪੰਜਾਬ ਪੁਲਿਸ ਜਿਹੜੀ ਆ ਉਹ ਕਿਹੜੀਆਂ ਗੱਲਾਂ ਲੁਕਾ ਰਹੀ ਹੈ ਔਰ ਅਸਲ ਵਿੱਚ ਪੰਜਾਬ ਪੁਲਿਸ ਨੇ ਇਸ ਕਰਕੇ ਅਜਿਹਾ ਕੀਤਾ ਹੈ ਕਿ ਜਦੋਂ ਉਸ ਦਾ ਹੋਰ ਰਿਮਾਂਡ ਲਿਆ ਜਾਣਾ ਹੈ ਉਸ ਦਾ ਕੋਈ ਵਿਰੋਧ ਨਾ ਕਰ ਸਕੇ। ਦੂਜਾ ਇਹ ਹੈ ਕਿ ਜਿਹੜੀ ਲਾਰੈਂਸ ਬਿਸ਼ਨੋਈ ਦੀ ਸਥਿਤੀ ਹੈ ਉਸ ਨੂੰ ਦੇਖਿਆ ਨਾ ਜਾ ਸਕੇ। ਵਕੀਲ ਨੇ ਕਿਹਾ ਕਿ ਅਸੀਂ ਇਹ ਵੀ ਡਿਮਾਂਡ ਕਰ ਸਕਦੇ ਸੀ ਉੱਥੇ ਕਿ ਰਿਮਾਂਡ ਨਾ ਦਿੱਤਾ ਜਾਵੇ। ਇਹ ਵੀ ਡਿਮਾਂਡ ਕਰ ਸਕਦੇ ਸੀ ਕਿ ਉਸ ਦਾ ਮੈਡੀਕਲ ਜਿਹੜਾ ਹੈ ਉਹ ਏਮਸ ਤੋਂ ਕਰਵਾਇਆ ਜਾਵੇ ਔਰ ਇਹ ਵੀ ਕਹਿ ਸਕਦੇ ਸੀ ਅਸੀਂ ਕਿ ਉਸ ਦੀ ਵੀਡੀਓ ਰਿਕਾਰਡਿੰਗ ਜਿਹੜੀ ਹੈ ਉਹ ਵੀ ਸਾਨੂੰ ਦਿੱਤੀ ਜਾਵੇ। ਹਰ ਘੰਟੇ ਦੀ ਵੀਡੀਓ ਰਿਕਾਰਡਿੰਗ ਦਿੱਤੀ ਜਾਵੇ ਕਿ ਉਹਦੇ ਕੋਲੋਂ ਕਿਸ ਤਰ੍ਹਾਂ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿਸ ਤਰ੍ਹਾਂ ਦੀ ਸਥਿਤੀ ਹੋ ਰਹੀ ਹੈ। ਵਿਸ਼ਾਲ ਚੋਪੜਾ ਨਾਂ ਦੇ ਵਕੀਲ ਨੇ ਜਿਹੜੇ ਲਾਰੈਂਸ ਬਿਸ਼ਨੋਈ ਵੱਲੋਂ ਪੇਸ਼ ਹੋ ਕੇ ਔਰ ਸਾਰੀ ਗੱਲਬਾਤ ਕਰਦੇ ਨੇ, ਉਹਨਾਂ ਨੇ ਕਿਹਾ ਕਿ ਨਾ ਸਾਨੂੰ ਪਹਿਲਾਂ ਮੌਕਾ ਦਿੱਤਾ ਗਿਆ ਨਾ ਸਾਨੂੰ ਹੁਣ ਮੌਕਾ ਦਿੱਤਾ ਗਿਆ। ਦੋਵੇਂ ਵੇਲੇ ਜਦੋਂ ਪੇਸ਼ ਕੀਤਾ ਗਿਆ ਉੱਥੇ ਲਾਰੈਂਸ ਵੱਲੋਂ ਕੋਈ ਵਕੀਲ ਪੇਸ਼ ਨਹੀਂ ਹੋਇਆ ਔਰ ਅਜਿਹਾ ਕਰਕੇ ਜਿਹੜੀ ਪੰਜਾਬ ਪੁਲਿਸ ਹੈ ਉਹ ਅਦਾਲਤ ਦੇ ਹੁਕਮਾਂ ਦਾ ਜਿੱਥੇ ਉਲੰਘਣ ਕਰ ਰਹੀ ਹੈ ਉੱਥੇ ਉਹਦੇ ਨਾਲ ਵੀ ਬੁਰਾ ਸਲੂਕ ਕੀਤਾ ਜਾ ਰਿਹਾ ਹੈ। ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਜਾ ਰਹੇ ਹਾਂ। ਪੰਜਾਬ ਪੁਲਿਸ ਹਿਰਾਸਤ ਵਿੱਚ ਰੱਖ ਕੇ ਜਿਸ ਢੰਗ ਦੇ ਨਾਲ ਲਾਰੈਂਸ ਬਿਸ਼ਨੋਈ ਕੋਲੋਂ ਪੁੱਛਗਿੱਛ ਕਰ ਰਹੀ ਹੈ ਉਸ ਨੂੰ ਚੁਣੌਤੀ ਦਿੱਤੀ ਜਾਵੇਗੀ। ਹੁਣ ਉਹ ਕਦੋਂ ਉਹਦੇ ਵਿੱਚ ਸੁਪਰੀਮ ਕੋਰਟ ਵਿੱਚ ਜਾਂਦੇ ਨੇ, ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਲੀਗਲ ਟੀਮ ਪੂਰੀ ਤਰ੍ਹਾਂ ਤਿਆਰ ਕਰ ਲਈ ਹੈ। ਉਹਦੇ ਬਾਰੇ ਜੋ ਦਸਤਾਵੇਜ਼ ਅਸੀਂ ਤਿਆਰ ਕਰਨੇ ਸੀ ਉਹ ਵੀ ਤਿਆਰ ਕਰ ਲਏ ਨੇ, ਜੋ ਚੀਜ਼ਾਂ ਨਾਲ ਲਾਣੀਆਂ ਸੀ ਉਹ ਵੀ ਲਾਤੀਆਂ ਨੇ। ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਉਠਾਇਆ ਜਾਏਗਾ ਕਿ ਪੰਜਾਬ ਪੁਲਿਸ ਨੂੰ ਆਖਰ ਇਸ ਤਰ੍ਹਾਂ ਕਰਨ ਦੀ ਜਿਹੜੀ ਇਜਾਜ਼ਤ ਹੈ ਉਹ ਕਿਸ ਕਾਨੂੰਨ ਦੇ ਅਧੀਨ ਮਿਲੀ ਹੈ ਅਤੇ ਉਹ ਕਿਸ ਕਰਕੇ ਕਰ ਰਹੀ ਹੈ। ਦਿੱਲੀ ਵਿੱਚ ਜਦੋਂ ਵੀ ਲਾਰੈਂਸ ਬਿਸ਼ਨੋਈ ਨੂੰ ਪੇਸ਼ ਕੀਤਾ ਜਾਂਦਾ ਸੀ ਦਿਨ ਦਿਹਾੜੇ ਸ਼ਰੇਆਮ ਪੇਸ਼ ਕੀਤਾ ਜਾਂਦਾ ਸੀਗਾ। ਸੁਰੱਖਿਆ ਪ੍ਰਬੰਧ ਜਿੰਨੇ ਮਰਜ਼ੀ ਕੀਤੇ ਜਾਣ ਪਰ ਉਸ ਨੂੰ ਦਿਨ ਵੇਲੇ ਪੇਸ਼ ਕੀਤਾ ਜਾਂਦਾ ਕਚਹਿਰੀ ਵਿੱਚ ਤਾਂ ਕਿ ਦੋਵਾਂ ਧਿਰਾਂ ਦੇ ਜਿਹੜੇ ਉਹਦੇ ਪੱਖ ਵਾਲੇ ਵਕੀਲ ਨੇ ਉਹ ਵੀ ਤੇ ਵਿਰੋਧ ਵਾਲੇ ਦੋਵੇਂ ਉੱਥੇ ਸਾਹਮਣੇ ਜਾ ਕੇ ਆਪਣੀ ਆਪਣੀ ਗੱਲ ਕਹਿ ਸਕਣ। ਪਰ ਸਾਨੂੰ ਇਸ ਅਧਿਕਾਰ ਤੋਂ, ਇਸ ਗੱਲ ਤੋਂ ਬੁਨਿਆਦੀ ਸਾਨੂੰ ਜਿਹੜਾ ਰਾਈਟ ਹੈ ਹਾਸਲ ਹੈ ਸੰਵਿਧਾਨ ਦੇ ਅਧੀਨ, ਉਹਦੇ ਤੋਂ ਸਾਨੂੰ ਵਾਂਝੇ ਰੱਖਿਆ ਜਾ ਰਿਹਾ ਹੈ। ਇਹ ਸਾਰਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਉਠਾਇਆ ਜਾਵੇਗਾ ਔਰ ਉਸ ਦੀ ਮੈਡੀਕਲ ਰਿਪੋਰਟ ਵੀ ਮੰਗੀ ਜਾਵੇਗੀ ਅਤੇ ਪੰਜਾਬ ਪੁਲਿਸ ਤੋਂ ਸਾਰਾ ਜਵਾਬ ਮੰਗਿਆ ਜਾਵੇਗਾ ਕਿ ਉਹ ਇਸ ਸਬੰਧ ਦੇ ਵਿੱਚ ਜਿਹੜੀ ਹੁਣ ਤੱਕ 8-9 ਦਿਨ ਦੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਉਹਦੇ ਸਾਰੇ ਵੇਰਵੇ ਜਿਹੜੇ ਨੇ ਉਹ ਜ਼ਾਹਰ ਕੀਤੇ ਜਾਣ ਔਰ ਉਸ ਦੀ ਮੈਡੀਕਲ ਰਿਪੋਰਟ ਲਈ ਜਾਵੇਗੀ ਕਿ ਉਹਦੀ ਜਿਹੜੀ ਸਥਿਤੀ ਆ ਉਹ ਕੀ ਹੈ ਅਤੇ ਵਕੀਲ ਨੂੰ ਉਹਦੇ ਨਾਲ ਮਿਲਣ ਦੀ ਇਜਾਜ਼ਤ ਵੀ ਦਿੱਤੀ ਜਾਣੀ ਚਾਹੀਦੀ ਹੈ। ਹੁਣ ਤੱਕ ਵਕੀਲ ਨੂੰ ਇੱਕ ਵਾਰ ਵੀ ਲਾਰੈਂਸ ਬਿਸ਼ਨੋਈ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੋ ਇਹ ਮਾਮਲਾ ਹੁਣ ਸੁਪਰੀਮ ਕੋਰਟ 'ਚ ਜਾਏਗਾ। ਕਦੋਂ ਜਾਂਦਾ ਹੈ, ਕਿਵੇਂ ਜਾਂਦਾ ਹੈ, ਉਹਦੇ ਉੱਤੇ ਸੁਪਰੀਮ ਕੋਰਟ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ ਉਹ ਆਪਣੇ ਸਰੋਤਿਆਂ ਨਾਲ ਆਪਾਂ ਸਾਂਝੀ ਕਰਾਂਗੇ। ਸੰਧੂ ਸਾਹਿਬ, ਸਰਕਾਰੀ ਗੋਦਾਮਾਂ 'ਚੋਂ ਕਰੋੜਾਂ ਦੀ ਕਣਕ ਵੇਚਣ ਵਾਲੇ ਅਫਸਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਜੀ, ਇਹਦਾ ਕੀ ਵੇਰਵਾ? ਵਾਸੂ ਜੀ, ਕਈ ਵਾਰ ਤੇ ਜਦੋਂ ਖਬਰਾਂ ਪੜ੍ਹੀ ਦੀਆਂ ਨੇ ਨਾ ਅਤੇ ਖਬਰਾਂ ਦੀ ਗੱਲ ਕਰੀ ਦੀ ਹੈ ਉਦੋਂ ਬੜੇ ਆਪਣੇ ਆਪ ਨੂੰ ਵੀ ਮਹਿਸੂਸ ਜਿਹਾ ਹੁੰਦਾ ਵੀ ਸਾਡਾ ਦੇਸ਼, ਸਾਡਾ ਸੂਬਾ, ਸਾਡਾ ਆਲਾ ਦੁਆਲਾ, ਸਾਡੀਆਂ ਸਰਕਾਰਾਂ, ਸਾਡੇ ਅਫਸਰ ਉਹ ਕਿਸ ਤਰ੍ਹਾਂ ਦੇ ਨੇ।
ਮਤਲਬ ਤੁਹਾਨੂੰ ਇਸ ਕੰਮ ਦੇ ਵਾਸਤੇ ਨਿਗਰਾਨੀ ਵਾਸਤੇ ਲਾਇਆ ਗਿਆ। ਸਰਕਾਰੀ ਗੋਦਾਮਾਂ ਦੇ ਵਿੱਚ ਕਰੋੜਾਂ ਦੀ ਕਣਕ ਪਈ ਹੈ ਔਰ ਜਿਹੜੇ ਸੰਬੰਧਿਤ ਅਧਿਕਾਰੀ ਨੇ ਉਹਨਾਂ ਨੇ ਉਹਦੀ ਸਾਰੀ ਦੇਖਭਾਲ ਕਰਨੀ ਹੁੰਦੀ ਹੈ, ਉਹਨੂੰ ਹਿਫਾਜ਼ਤ ਵਿੱਚ ਰੱਖਣਾ ਹੁੰਦਾ ਹੈ, ਉਸ ਨੂੰ ਸੰਭਾਲ ਕੇ ਵੀ ਰੱਖਣਾ ਹੁੰਦਾ ਹੈ। ਅਤੀਤ ਦੇ ਵਿੱਚ ਇਹੋ ਜਿਹੀਆਂ ਦਰਜਨਾਂ ਨਹੀਂ ਸੈਂਕੜੇ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਜਦੋਂ ਗੋਦਾਮਾਂ ਦੇ ਵਿੱਚ ਪਿਆ ਹੀ ਢੇਰਾਂ ਅਨਾਜ ਬਰਬਾਦ ਹੋ ਜਾਂਦਾ ਹੈ, ਕਿਸੇ ਨੂੰ ਚੂਹੇ ਖਰਾਬ ਕਰ ਜਾਂਦੇ ਨੇ, ਕੋਈ ਮੀਂਹ ਨਾਲ ਗਲ ਜਾਂਦਾ ਹੈ, ਕੋਈ ਖਰਾਬ ਹੋ ਜਾਂਦਾ ਹੈ, ਕੋਈ ਵੇਚ ਦਿੱਤਾ ਜਾਂਦਾ ਹੈ। ਤਾਂ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਇਹ ਕਿਉਂ ਬਣਦੀ ਹੈ? ਆਖਰਕਾਰ ਜਿਹੜੀ ਚੀਜ਼ ਸਰਕਾਰ ਦੇ ਕਬਜ਼ੇ ਵਿੱਚ ਹੈ, ਸਰਕਾਰ ਨੇ ਅਨਾਜ ਖਰੀਦ ਲਿਆ ਮੰਡੀਆਂ 'ਚੋਂ, ਪੈਸਿਆਂ ਦੀ ਅਦਾਇਗੀ ਹੋ ਚੁੱਕੀ ਹੈ, ਉਸ ਅਨਾਜ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ, ਸਰਕਾਰ ਦੇ ਅਫਸਰਾਂ ਦੀ ਹੈ। ਪਰ ਜਦੋਂ ਉਹ ਅਫਸਰ ਹੀ ਉੱਥੇ ਸਾਰਾ ਗੋਲਮਾਲ ਕਰਨ ਲੱਗ ਪੈਣ ਤਾਂ ਉਸ ਦੇਸ਼ ਬਾਰੇ, ਸੂਬੇ ਬਾਰੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਦੀ ਭਵਿੱਖ ਦੀ ਤਸਵੀਰ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੋਏਗੀ। ਹੁਣ ਜਿਹੜੇ ਮਾਰਕਫੈਡ ਦਾ ਇੱਕ ਡਿਵੀਜ਼ਨਲ ਮੈਨੇਜਰ ਨੇ ਉਹਨਾਂ ਨੇ ਇਸ ਸੰਬੰਧ 'ਚ ਜਾਣਕਾਰੀ ਦਿੱਤੀ ਹੈ ਕਿ ਗੁਰੂ ਹਰਸਹਾਏ ਜਿਹੜਾ ਫਿਰੋਜ਼ਪੁਰ ਦੇ ਵਿੱਚ ਪੈਂਦਾ ਹੈ ਉੱਥੇ ਦੇ ਸਰਕਾਰੀ ਗੋਦਾਮਾਂ ਵਿੱਚੋਂ ਲਗਭਗ 3.25 ਕਰੋੜ ਦੀ ਕਣਕ ਜਿਹੜੀ ਆ ਉਹ ਬਾਹਰ ਮੰਡੀਆਂ ਦੇ ਵਿੱਚ ਵੇਚ ਦਿੱਤੀ ਗਈ ਹੈ। ਮੰਡੀਆਂ 'ਚ ਵੇਚੀ ਗਈ ਹੈ ਜਾਂ ਬਾਹਰ ਲੋਕਾਂ ਨੂੰ ਵੇਚ ਦਿੱਤੀ ਗਈ, ਉੱਥੋਂ ਚੁੱਕ ਕੇ ਉਹ ਗਾਇਬ ਕਰ ਦਿੱਤੀ ਗਈ ਹੈ। ਕਾਫੀ ਦੇਰ ਤੱਕ ਇਸ ਦਾ ਪਤਾ ਨਹੀਂ ਲੱਗਿਆ, ਪਰ ਜਦੋਂ ਉਹਦੀ ਜਾਂਚ ਕੀਤੀ ਗਈ, ਫਿਜ਼ੀਕਲ ਵੈਰੀਫਿਕੇਸ਼ਨ ਉਹਦੀ ਕੀਤੀ ਗਈ ਤਾਂ ਜਿੱਥੇ ਗੋਦਾਮਾਂ ਦੇ ਵਿੱਚ ਉਹ ਬੋਰੀਆਂ ਰੱਖੀਆਂ ਹੋਈਆਂ ਸੀ ਉਹਦੇ ਵਿੱਚੋਂ ਬਹੁਤ ਸਾਰੀਆਂ ਬੋਰੀਆਂ ਗਾਇਬ ਸਨ। ਫਿਰ ਮੁਕੰਮਲ ਤੌਰ 'ਤੇ ਉਹਦੀ ਗਿਣਤੀ ਕੀਤੀ ਗਈ ਕਿ ਆਖਰਕਾਰ ਕਿੰਨੀਆਂ ਬੋਰੀਆਂ ਦੇ ਵਿੱਚੋਂ ਗਾਇਬ ਨੇ, ਅਤੇ ਫਿਰ ਉਸ ਤੋਂ ਮਗਰੋਂ ਜਿਹੜੇ ਦੋਸ਼ੀ ਸੀ ਉਹਦੇ ਵਾਸਤੇ ਇਹ ਖੇਤੀਬਾੜੀ ਅਫਸਰ ਨੇ, 2 ਉਹਨਾਂ ਦੇ ਸਾਥੀ ਹੋਰ ਨੇ, ਉਹਨਾਂ 4 ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਪਹਿਲਾਂ ਵੀ ਇਸ ਤਰ੍ਹਾਂ ਦੇ ਮੁਕੱਦਮੇ ਕਈ ਦਰਜ ਹੋਏ ਨੇ, ਹੁਣ ਵੀ ਮੁਕੱਦਮਾ ਦਰਜ ਹੋਇਆ। ਮੁਕੱਦਮੇ ਜਿਹੜੇ ਨੇ ਉਹ ਲੰਬੇ ਚੱਲ ਜਾਂਦੇ ਨੇ ਔਰ ਉਸ ਤੋਂ ਬਾਅਦ ਉਹਦੇ ਵਿੱਚ ਕਈ ਵਾਰ ਜਿਹੜੀ ਹੈ ਕੋਈ ਨਤੀਜਾ ਸਾਹਮਣੇ ਆਉਂਦਾ, ਕਈ ਨਹੀਂ। ਅਸਲ 'ਚ ਹਕੀਕਤ ਵਿੱਚ ਹੋਣਾ ਤਾਂ ਇਹ ਚਾਹੀਦਾ ਹੈ ਕਿ ਜਦੋਂ ਦੋਸ਼ੀ ਫੜੇ ਜਾਂਦੇ ਨੇ ਉਹਨਾਂ ਦੇ ਉੱਤੇ ਇਹ ਦੋਸ਼ ਲੱਗ ਜਾਂਦਾ ਹੈ ਕਿ ਇਹਨਾਂ ਨੇ ਇੰਨੇ ਕਰੋੜ ਦਾ ਘਪਲਾ ਕੀਤਾ, ਇੰਨਾ ਮਾਲ ਵੇਚ ਕੇ ਇਹਨਾਂ ਨੇ ਪੈਸਾ ਆਪਣੀਆਂ ਜੇਬਾਂ 'ਚ ਪਾ ਲਿਆ, ਅਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਤੋਂ ਪੈਸਾ ਕਢਵਾਇਆ ਜਾਣਾ ਚਾਹੀਦਾ ਹਰ ਹਾਲਤ ਵਿੱਚ। ਸਭ ਤੋਂ ਵੱਡੀ ਸਜ਼ਾ ਉਹਨਾਂ ਨੂੰ ਇਹ ਹੀ ਹੁੰਦੀ ਹੈ। ਦੂਜੀ ਗੱਲ ਹੈ ਕਿ ਕਿੰਨੀ ਦੇਰ ਪਹਿਲਾਂ ਉਹਨਾਂ ਨੇ ਕਢਵਾਇਆ ਉਹਨਾਂ ਤੋਂ ਵਿਆਜ ਵੀ ਵਸੂਲਿਆ ਜਾਵੇ। ਅੱਗੇ ਵਾਸਤੇ ਲੋਕਾਂ ਨੂੰ ਤਦੇ ਹੀ ਸਬਕ ਮਿਲ ਸਕਦਾ ਹੈ, ਤਦ ਹੀ ਅਫਸਰਾਂ ਨੂੰ, ਅਧਿਕਾਰੀਆਂ ਨੂੰ, ਮੰਤਰੀਆਂ ਨੂੰ, ਸੰਤਰੀਆਂ ਨੂੰ ਫਿਰ ਹੀ ਇਸ ਚੀਜ਼ ਦੀ ਸਿੱਖਿਆ ਮਿਲ ਸਕਦੀ ਹੈ ਕਿ ਜਿਹੜਾ ਲੋਕਾਂ ਦਾ ਮਾਲ ਹੈ, ਜਨਤਾ ਦਾ ਮਾਲ ਹੈ, ਉਹਦੇ ਵਿੱਚ ਘਪਲੇਬਾਜ਼ੀ ਕਰਨ ਦੇ ਉੱਤੇ ਕੀ ਹੋ ਸਕਦਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਬਣਦੇ ਕਾਨੂੰਨ ਅਧੀਨ, ਬਣਦੇ ਐਕਟ ਅਧੀਨ ਜਿੰਨੀ ਸਜ਼ਾ ਪੋਸੀਬਲ ਹੈ ਵੱਧ ਤੋਂ ਵੱਧ ਉਹ ਸਜ਼ਾ ਵੀ ਦਿੱਤੀ ਜਾਣੀ ਚਾਹੀਦੀ ਹੈ। ਸੋ ਇਹ ਵੱਖ-ਵੱਖ ਗੋਦਾਮਾਂ ਦੇ ਵਿੱਚੋਂ ਕਣਕ ਉਹਨਾਂ ਲੋਕਾਂ ਨੇ ਹੀ ਗਾਇਬ ਕੀਤੀ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਇਸ ਕਣਕ ਨੂੰ ਸੰਭਾਲ ਕੇ ਰੱਖਣ ਦੀ ਔਰ ਇਸ ਨੂੰ ਅੱਗੇ ਲੋੜਵੰਦ ਹੱਥਾਂ ਤੱਕ ਪਹੁੰਚਾਉਣ ਦੀ। ਹੁਣ ਇੱਕ ਤਾਂ ਉਹ ਮਾਲ ਖਾ ਗਏ, ਦੂਜਾ ਇਹ ਕਣਕ ਜਿੱਥੇ ਜਿਨ੍ਹਾਂ ਲੋੜਵੰਦ ਲੋਕਾਂ ਕੋਲ ਜਾਣੀ ਸੀ ਉਹਨਾਂ ਦੇ ਤੱਕ ਨਹੀਂ ਪਹੁੰਚ ਚੁੱਕੀ। ਇੱਕ ਉਹਨਾਂ ਨੂੰ ਇਹਦੇ ਤੋਂ ਸਫ਼ਰ ਕਰਨਾ ਪਏਗਾ, ਭੁਗਤਣਾ ਪਏਗਾ, ਅਤੇ ਦੂਜੇ ਪਾਸੇ ਉਹਨਾਂ ਨੇ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਇਆ। ਸੋ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਪੰਜਾਬ ਦੇ ਵਿੱਚ, ਇਹ ਅੱਜ ਪਹਿਲੀ ਵਾਰ ਤਾਂ ਨਹੀਂ ਬਣੀ, ਪਰ ਇਹਦੇ ਉੱਤੇ ਸਖਤ ਕਾਰਵਾਈ ਸਰਕਾਰ ਨੂੰ ਕਰਨੀ ਬਣਦੀ ਹੈ। ਸੰਧੂ ਸਾਹਿਬ, ਹੁਣ ਕਈ ਰਿਪੋਰਟ ਸਾਹਮਣੇ ਆ ਰਹੀਆਂ ਨੇ ਕਿ ਪਿਛਲੀਆਂ ਸਰਕਾਰਾਂ ਨੇ ਅਰਬਾਂ ਦੀ ਪੰਚਾਇਤੀ ਜ਼ਮੀਨ ਦੀ ਮਾਲਕੀ ਜਿਹੜੀ ਆ ਉਹ ਆਪਣੇ ਚਹੇਤਿਆਂ ਦੇ ਨਾਂ ਕਰਤੀ। ਆਪਾਂ ਵਾਸੂ ਜੀ ਪਹਿਲਾਂ ਵੀ ਇਹੀ ਗੱਲ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੀਆਂ ਜਦੋਂ ਖਬਰਾਂ ਦੇਖਦੇ ਆ ਨਾ ਤਾਂ ਬੜਾ ਅਜੀਬੋ ਗਰੀਬ ਜਿਹਾ ਲੱਗਦਾ ਹੈ ਕਿ ਉਹ ਸਰਕਾਰ ਜਿਹੜੀ ਹੈ ਉਸਨੇ ਸਰਕਾਰ ਨੂੰ ਆਮ ਤੌਰ 'ਤੇ ਮੁੱਖ ਮੰਤਰੀ ਨੂੰ, ਪ੍ਰਧਾਨ ਮੰਤਰੀ ਨੂੰ ਜਿਹੜਾ ਵੀ ਰਾਜਾ ਹੁੰਦਾ ਹੈ ਉਸ ਨੂੰ ਪ੍ਰਜਾ ਦਾ ਪਿਤਾ ਕਿਹਾ ਜਾਂਦਾ ਹੈ। ਪ੍ਰਜਾ ਨੂੰ ਉਹਨੇ ਬੱਚਿਆਂ ਸਮਾਨ ਰੱਖਣਾ ਹੁੰਦਾ ਹੈ। ਪਰ ਇੱਥੇ ਕੀ ਹੋ ਰਿਹਾ, ਜਿਹੜਾ ਰਾਜਾ ਹੈ ਉਹ ਹੀ ਪ੍ਰਜਾ ਨੂੰ ਲੁੱਟ ਕੇ ਖਾ ਰਿਹਾ ਹੈ, ਜਿਹੜੀ ਵਾੜ ਹੈ ਉਹ ਖੇਤ ਨੂੰ ਖਾ ਰਹੀ ਹੈ। ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ। ਗੱਲ ਪਹਿਲੀਆਂ ਸਰਕਾਰਾਂ ਦੀ ਜਾਂ ਮੌਜੂਦਾ ਸਰਕਾਰ ਦੀ ਨਹੀਂ ਹੈ। ਮੌਜੂਦਾ ਸਰਕਾਰ ਦੇ ਵਿੱਚ ਵੀ ਭ੍ਰਿਸ਼ਟਾਚਾਰ ਘੱਟ ਨਹੀਂ ਹੈ। ਸਭ ਤੋਂ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਆਪਣੇ ਮੰਤਰੀ ਵਿਜੇ ਇੰਦਰ ਸਿੰਗਲਾ ਸਿਹਤ ਮੰਤਰੀ ਨੂੰ ਹੀ ਰਿਸ਼ਵਤ ਦੇ ਦੋਸ਼ ਵਿੱਚ, ਕਮਿਸ਼ਨ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਔਰ ਅੱਜ ਕੱਲ੍ਹ ਉਹ ਜੇਲ੍ਹ ਦੇ ਵਿੱਚ ਹੈ। ਉਸ ਤੋਂ ਪਿੱਛੋਂ ਕਈ ਹੋਰ ਮੰਤਰੀ ਫੜੇ ਗਏ, ਕੁਝ ਕਾਂਗਰਸ ਦੇ, ਕੁਝ ਮੌਜੂਦਾ ਜਿਹੜੇ ਇਸ ਵੇਲੇ ਕੰਮ ਕਰ ਰਹੇ ਨੇ ਸਰਕਾਰੀ ਅਧਿਕਾਰੀ ਉਹ ਵੀ ਫੜੇ ਗਏ, ਕਈਆਂ ਦੇ ਉੱਤੇ ਮੁਕੱਦਮੇ ਦਰਜ ਹੋਏ ਔਰ ਨਿੱਤ ਦਿਨ ਜਿਹੜੀ ਨੇ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਰੋਜ਼ ਦਿਹਾੜੇ। ਇੱਕ ਚੀਜ਼ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਹੋਰ ਕੋਈ ਵਾਅਦਾ ਪੂਰਾ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਜਾਂ ਕੋਈ ਕੰਮ ਕਰ ਰਹੀ ਹੈ ਕਿ ਨਹੀਂ ਕਰ ਰਹੀ, ਪਰ ਇਹ ਭ੍ਰਿਸ਼ਟਾਚਾਰ ਦੀਆਂ ਪਰਤਾਂ ਜ਼ਰੂਰ ਉਹ ਸਾਹਮਣੇ ਖੋਲ੍ਹ ਕੇ ਰੱਖ ਰਹੀ ਹੈ। ਜੋ ਕੁਝ ਘਪਲੇਬਾਜ਼ੀਆਂ ਹੋ ਰਹੀਆਂ ਨੇ ਉਹਨਾਂ ਨੂੰ ਜ਼ਰੂਰ ਸਾਹਮਣੇ ਲਿਆ ਰਹੀ ਹੈ ਔਰ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਉਹਦੇ ਵਿੱਚ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ, ਮੁਕੱਦਮੇ ਦਰਜ ਕੀਤੇ ਜਾ ਰਹੇ ਨੇ।
ਹੁਣ ਇਹ ਜਿਹੜਾ ਮਾਮਲਾ ਆਇਆ ਇਹ ਬਠਿੰਡਾ ਜ਼ਿਲ੍ਹੇ ਦੇ ਸਿਰਫ 6 ਪਿੰਡਾਂ ਦਾ ਹੈ। ਪੰਜਾਬ ਦੇ ਵਿੱਚ 12,500 ਦੇ ਕਰੀਬ ਪਿੰਡ ਹੈ ਜੀ। ਔਰ ਇਹ ਸਿਰਫ 6 ਪਿੰਡਾਂ ਦਾ ਮਾਮਲਾ ਹੈ ਜਿੱਥੇ 8 ਅਰਬ ਤੋਂ ਵੱਧ ਦੀ ਜ਼ਮੀਨ ਜਿਹੜੀ ਹੈ ਸ਼ਾਮਲਾਟ ਜ਼ਮੀਨ, ਪੰਚਾਇਤੀ ਜ਼ਮੀਨ, ਉਹ ਸਮੇਂ ਦੀ ਸਰਕਾਰ ਨੇ ਆਪਣੇ ਜਿਹੜੇ ਨੇੜਲੇ ਲੋਕ, ਦੋਸਤ, ਮਿੱਤਰ, ਸਾਥੀ ਜਿਨ੍ਹਾਂ ਨੂੰ ਅਬਲਾਈ ਕਰਨਾ ਸੀ ਉਹਨਾਂ ਦੇ ਨਾਵਾਂ ਉੱਤੇ ਚੜ੍ਹਾ ਦਿੱਤੀ। ਕਿਉਂਕਿ ਪਿੰਡਾਂ ਦੇ ਵਿੱਚ ਵੀ ਹਰ ਪਾਰਟੀ ਦੇ, ਹਰ ਸਿਆਸੀ ਲੋਕਾਂ ਦੇ ਇਹਦੇ ਪਿੱਛੇ ਤਾਂ ਅਸਲ ਵਿੱਚ ਹੱਥ ਜਿਹੜਾ ਉਹ ਸਰਕਾਰ ਦਾ ਹੀ ਹੁੰਦਾ ਹੈ। ਸਰਕਾਰ ਦੇ ਆਦੇਸ਼ ਹੁੰਦੇ ਨੇ, ਸਰਕਾਰ ਇਹ ਜਿਹੇ ਆਦੇਸ਼ ਪਾਸ ਕਰਦੀ ਹੈ, ਅੱਗੇ ਅਧਿਕਾਰੀ ਜਿਹੜੇ ਨੇ ਉਹ ਅੱਖਾਂ ਮੀਟ ਕੇ ਉਹਨਾਂ ਆਦੇਸ਼ਾਂ ਦੀ ਪਾਲਣਾ ਕਰਦੇ ਨੇ, ਉਹਦੇ ਉੱਤੇ ਅਮਲ ਕਰਦੇ ਨੇ, ਅਤੇ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਉਸ ਵੇਲੇ ਜੋ ਸਹੀ ਅਰਥਾਂ ਵਿੱਚ ਕਾਨੂੰਨ ਹੁੰਦਾ ਹੈ, ਜੋ ਕੀਤਾ ਜਾਣਾ ਬਣਦਾ ਹੈ, ਜੋ ਨਿਯਮ ਹੁੰਦੇ ਨੇ, ਕਾਇਦੇ ਹੁੰਦੇ ਨੇ, ਉਹਨਾਂ ਨੂੰ ਛਿੱਕੇ ਟੰਗ ਦਿੱਤਾ ਜਾਂਦਾ, ਪਾਸੇ ਕਰ ਦਿੱਤਾ ਜਾਂਦਾ ਅਤੇ ਮਨਮਰਜ਼ੀ ਦੇ ਵਾਲੇ ਫੈਸਲੇ ਲੈ ਕੇ ਅਤੇ ਤੁਰਤ ਫੁਰਤ ਨਾਲ ਇਹ ਕਰ ਦਿੱਤਾ ਜਾਂਦਾ ਹੈ ਕਿ ਸਾਡੀ ਸਰਕਾਰ ਹੈ ਅਤੇ ਸਾਨੂੰ ਕਿਹਨੇ ਪੁੱਛਣਾ ਹੈ। ਔਰ ਇਸ ਹਮਾਮ 'ਚ ਸਾਰੇ ਨੰਗੇ ਹੁੰਦੇ ਨੇ। ਜੇ ਅਕਾਲੀ ਦਲ ਵਾਲੇ ਕਰਦੇ ਨੇ ਤਾਂ ਕਾਂਗਰਸ ਵਾਲੇ ਕਹਿੰਦੇ ਸਾਨੂੰ ਕੀ, ਅਸੀਂ ਵੀ ਤਾਂ ਇਹੀ ਕੰਮ ਕਰਦੇ ਹਾਂ, ਜੇ ਇਹਨਾਂ ਖਿਲਾਫ ਅਸੀਂ ਮੁਕੱਦਮੇ ਦਰਜ ਕਰਾਂਗੇ ਤਾਂ ਸਾਡੇ ਖਿਲਾਫ ਵੀ ਹੋਣਗੇ। ਜੋ ਦੋਵੇਂ ਕਰਦੇ ਨੇ, ਅੱਗੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ। ਹੁਣ ਉਹ ਬੇਸ਼ੱਕ ਇਹ ਕੋਸ਼ਿਸ਼ ਕਰ ਰਹੀ ਹੈ ਕਿ ਆਪਣੇ ਹੋਣ ਚਾਹੇ ਬੇਗਾਨੇ ਹੋਣ, ਜਿਹੜੇ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਪਾਏ ਜਾਂਦੇ ਨੇ ਉਹਨਾਂ ਨੂੰ ਫੜਿਆ ਜਾਵੇ। ਹੁਣ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਇਹਦੇ ਵਿੱਚ ਪੰਚਾਇਤ ਦੀ ਜ਼ਮੀਨ ਹੈ, ਸ਼ਾਮਲਾਟ ਦੀ ਜ਼ਮੀਨ ਹੈ, ਜਿਹਨੂੰ ਨਿੱਜੀ ਮਾਲਕੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਲੋਕਾਂ ਦੇ ਨਾਂ ਦੇ ਉੱਤੇ ਇਹ ਜ਼ਮੀਨ ਚੜ੍ਹਾ ਦਿੱਤੀ ਗਈ ਹੈ। ਇਸ ਸੰਬੰਧ ਦੇ ਵਿੱਚ ਬਹੁਤ ਸਾਰੇ ਉੱਚ ਅਧਿਕਾਰੀ ਵੀ ਫਸ ਸਕਦੇ ਨੇ ਅਤੇ ਫਿਰ ਉਸ ਤੋਂ ਬਾਅਦ ਹੋ ਸਕਦਾ ਕੜੀਆਂ ਜਿਹੜੀਆਂ ਉਹ ਅੱਗੇ ਤੋਂ ਅੱਗੇ ਚਲੀਆਂ ਜਾਣ। ਕਿਉਂਕਿ ਸਭ ਤੋਂ ਪਹਿਲਾਂ ਇਹ ਮਾਮਲਾ 2017 ਦੇ ਵਿੱਚ ਜਾਣਕਾਰੀ ਵਿੱਚ ਆਇਆ ਸੀ। 2017 ਦੇ ਵਿੱਚ ਮੌਕੇ ਦੇ ਅਧਿਕਾਰੀਆਂ ਨੇ ਇਹ ਗੱਲ ਕਹੀ ਸੀ ਕਿ ਇਹ ਜਿਹੜੀ ਜ਼ਮੀਨ ਹੈ ਇਹਦਾ ਜੋ ਇੰਤਕਾਲ ਚੜ੍ਹਿਆ ਹੈ, ਉਹ ਜੋ ਇੰਤਕਾਲ ਮਨਜ਼ੂਰ ਹੋ ਚੁੱਕਾ ਹੈ, ਚੜ੍ਹ ਚੁੱਕਾ ਹੈ ਕਾਗਜ਼ਾਂ ਦੇ ਵਿੱਚ, ਉਹ ਠੀਕ ਵਿਧੀ ਨਾਲ ਨਹੀਂ ਹੋਇਆ, ਕਾਨੂੰਨ ਅਨੁਸਾਰ ਨਹੀਂ ਹੋਇਆ। ਇਸ ਕਰਕੇ ਇਸ ਨੂੰ ਰਿਵਿਊ ਕੀਤਾ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਵੀ ਇਹ ਮਾਮਲਾ ਜਿਹੜਾ 5 ਸਾਲ ਠੰਡੇ ਬਸਤੇ ਵਿੱਚ ਪਿਆ ਰਿਹਾ। ਹੁਣ ਇਸ ਮਾਮਲੇ ਨੂੰ ਫੇਰ ਤੋਂ ਉਠਾਇਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਕੰਮ 'ਤੇ ਲੱਗੀ ਹੋਈ ਹੈ। ਤਾਂ ਪਤਾ ਲੱਗਿਆ ਕਿ ਜਿਹੜੇ 6 ਪਿੰਡ ਨੇ ਜਿਨ੍ਹਾਂ ਦੇ ਵਿੱਚ ਜੀਦਾ ਪਿੰਡ ਹੈ, ਖੇਮੂਆਣਾ ਹੈ, ਜੰਡਾਂਵਾਲਾ ਹੈ, ਗੋਨਿਆਣਾ ਖੁਰਦ ਹੈ, ਇਸ ਤਰ੍ਹਾਂ ਦੇ 6 ਪਿੰਡ ਨੇ ਜਿਹੜੇ ਉਹਨਾਂ ਦੇ ਅਧੀਨ 3701 ਏਕੜ ਦੇ ਕਰੀਬ ਇਹੋ ਜਿਹੀ ਜ਼ਮੀਨ ਹੈ ਜਿਹਦੇ ਉੱਤੇ ਪ੍ਰਾਈਵੇਟ ਲੋਕ ਮਤਲਬ ਕਾਬਜ਼ ਨਹੀਂ ਹੈ, ਉਹਨਾਂ ਦੇ ਨਾਂ ਉਹ ਚੜ੍ਹ ਚੁੱਕੀ ਹੈ। ਪੰਜਾਬ ਦੇ ਵਿੱਚ ਲੱਖਾਂ ਏਕੜ ਹੋਏਗੀ ਮੇਰੇ ਹਿਸਾਬ ਨਾਲ ਤਾਂ। ਹਾਂਜੀ, ਆਪਾਂ ਦੱਸਿਆ ਕਿ 3701 ਏਕੜ ਦੇ ਕਰੀਬ ਜ਼ਮੀਨ ਹੈ ਜਿਹਦੇ ਵਿੱਚ ਕਾਲਾਮਾਲਾ ਕੀਤਾ ਗਿਆ ਹੈ ਔਰ ਉਹ ਲੋਕਾਂ ਦੇ ਨਾਂ 'ਤੇ ਕਰ ਦਿੱਤੀ ਗਈ ਹੈ। ਹੁਣ ਇਹ ਸਰਕਾਰ ਦੇ ਏਜੰਡੇ ਉੱਤੇ ਆ। ਸਰਕਾਰ ਇਸ ਸੰਬੰਧ ਦੇ ਵਿੱਚ ਰਿਪੋਰਟ ਸਰਕਾਰ ਨੇ ਤਿਆਰ ਕਰ ਲਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਐਕਸ਼ਨ ਹੋਵੇਗਾ। ਆਪਾਂ ਉਹ ਐਕਸ਼ਨ ਵੀ ਸਰੋਤਿਆਂ ਦੇ ਨਾਲ ਸਾਂਝਾ ਕਰਾਂਗੇ। ਇਸ ਤੋਂ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ 3 ਮਹੀਨਿਆਂ ਦੇ ਵਿੱਚ ਹੁਣ ਤੱਕ ਭ੍ਰਿਸ਼ਟਾਚਾਰ ਦੇ 28 ਕੇਸ ਦਰਜ ਕਰ ਚੁੱਕੀ ਹੈ, ਜਿਨ੍ਹਾਂ ਵਿੱਚੋਂ 22 ਜਿਹੜੇ ਨੇ ਉਹ ਮਾਈਨਿੰਗ ਅਤੇ ਜੰਗਲਾਤ ਵਿਭਾਗ ਨਾਲ ਸੰਬੰਧਿਤ ਨੇ ਅਤੇ ਪੰਜਾਬ ਪੁਲਿਸ ਦੂਜੇ ਨੰਬਰ 'ਤੇ ਆ, ਉਹਨਾਂ ਦੇ ਨਾਲ ਸੰਬੰਧਿਤ 14 ਕੇਸ ਨੇ। ਸੋ ਇਹ ਸਾਰੇ ਮਹਿਕਮਿਆਂ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ। 45 ਲੋਕ ਹੁਣ ਤੱਕ ਇਸ ਸਰਕਾਰ ਨੇ ਗ੍ਰਿਫਤਾਰ ਕੀਤੇ ਨੇ। ਕਈਆਂ ਦੇ ਵਿਰੁੱਧ ਅਜੇ ਕਾਰਵਾਈ ਚੱਲ ਰਹੀ ਹੈ, ਕੁਝ ਫਰਾਰ ਨੇ ਜਿਹੜੇ ਹੱਥ ਨਹੀਂ ਆਏ। ਸੋ ਆਉਣ ਵਾਲੇ ਦਿਨਾਂ ਵਿੱਚ ਇਸ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੀਆਂ ਹੋਰ ਪਰਤਾਂ ਖੁੱਲ੍ਹਣ ਦੀ ਉਮੀਦ ਹੈ ਜੀ। ਤੇ ਸੰਧੂ ਸਾਹਿਬ, ਅੱਜ ਸੰਗਰੂਰ ਦੇ ਵਿੱਚ ਵੋਟਾਂ ਪੈ ਰਹੀਆਂ ਨੇ, ਸੋ ਬੈਲਟ ਦੇ ਉੱਤੇ ਟੋਟਲ 16 ਉਮੀਦਵਾਰਾਂ ਦੇ ਨਾਂ ਨੇ। ਹੁਣ ਤੱਕ 16 ਉਮੀਦਵਾਰ ਰਹਿ ਗਏ ਨੇ ਜੀ, ਜਿਹੜੇ ਕਈਆਂ ਦੇ ਪੇਪਰ ਰੱਦ ਹੋ ਗਏ, ਕਈਆਂ ਨੇ ਨਾਮ ਵਾਪਸ ਲੈ ਲਏ। ਅਖੀਰ ਦੇ ਵਿੱਚ 16 ਰਹਿ ਗਏ ਨੇ, ਜਿਨ੍ਹਾਂ ਦੇ ਵਿੱਚ 5 ਤਾਂ ਜਿਹੜੀਆਂ ਮੇਜਰ ਪਾਰਟੀਆਂ ਨੇ ਉਹਨਾਂ ਲਈ ਨੇ ਅਤੇ 12 ਜਿਹੜੇ ਬਾਕੀ 11-12 ਹੋਰ ਨੇ ਜਿਹੜੇ ਕੁਝ ਆਜ਼ਾਦ ਨੇ, ਕੁਝ ਹੋਰ ਛੋਟੀਆਂ ਮੋਟੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਨਾਲ ਸੰਬੰਧਿਤ ਨੇ। ਵੋਟਾਂ ਪੈਣੀਆਂ ਹੁਣ ਤੱਕ ਉੱਥੇ ਸ਼ੁਰੂ ਹੋ ਚੁੱਕੀਆਂ ਨੇ। ਮੈਂ ਦੇਖ ਰਿਹਾ ਚੈਨਲਾਂ ਦੇ ਉੱਤੇ ਵੱਖ-ਵੱਖ ਉਹਨਾਂ ਦੀ ਰਿਪੋਰਟਿੰਗ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ। ਨਾਲੋਂ ਨਾਲ ਲੋਕਾਂ ਦੇ ਵਿੱਚ ਵੈਸੇ ਕਾਫੀ ਉਤਸ਼ਾਹ ਹੈ, ਪਰ ਉਹ ਇਹ ਸਾਰਾ ਜਿਹੜਾ ਉਤਸ਼ਾਹ ਦਿਖਾਈ ਦੇ ਰਿਹਾ ਹੈ ਜਿਸ ਢੰਗ ਦੇ ਨਾਲ ਸਾਰੇ ਆਦਮੀ, ਔਰਤਾਂ ਜਿਹੜੇ ਨੇ, ਨੌਜਵਾਨ ਵੋਟਾਂ ਪਾਉਣ ਵਾਸਤੇ ਆ ਰਹੇ ਨੇ, ਇਹ ਕਿਹਦੇ ਹੱਕ ਵਿੱਚ ਭੁਗਤਦੇ ਨੇ ਇਹ ਪਤਾ ਤਾਂ 26 ਨੂੰ ਲੱਗੇਗਾ। ਪਰ ਇਸ ਵੇਲੇ ਵੋਟਾਂ ਦਾ ਸਿਲਸਿਲਾ ਚੱਲ ਰਿਹਾ। ਸ਼ਾਮ 6 ਵਜੇ ਤੱਕ ਇਹ ਵੋਟਾਂ ਪੈਣਗੀਆਂ। ਇਸ ਜ਼ਿਮਨੀ ਚੋਣ ਵਾਸਤੇ ਜਿਹੜੀ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਵਿੱਚ ਜਾਣ ਕਰਕੇ ਖਾਲੀ ਹੋਈ ਸੀ ਅਤੇ ਹੁਣ ਇੱਥੋਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹ ਆਪਣੀ ਜ਼ੋਰ ਅਜ਼ਮਾਈ ਕਰ ਰਹੇ ਨੇ। ਜੀ ਹਾਂਜੀ,
ਤੇ ਸੰਧੂ ਸਾਹਿਬ, ਜੇ ਬਹੁਤ ਹੀ ਬਰੀਫਲੀ ਆਪਾਂ ਇਹ ਵੀ ਗੱਲ ਕਰੀਏ, ਜਿਵੇਂ ਤੁਸੀਂ ਦੱਸ ਰਹੇ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਰਿਸ਼ਵਤ ਦੇ ਖਿਲਾਫ ਬੜੀ ਕਾਰਵਾਈ ਕਰ ਰਹੀ ਹੈ। ਹੁਣ ਇਹ ਵੀ ਪਤਾ ਲੱਗਿਆ ਵੀ ਪਿਛਲੇ 3 ਮਹੀਨਿਆਂ ਦੇ ਵਿੱਚ ਰਿਸ਼ਵਤ ਦੇ 28 ਕੇਸ ਦਰਜ ਕੀਤੇ ਗਏ ਤੇ 45 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਰਕਾਰ ਵੱਲੋਂ। ਸਰਕਾਰ ਨੇ ਪਹਿਲੇ ਦਿਨ ਹੀ ਆਪਣਾ ਇਹ ਕਿਹਾ ਸੀਗਾ ਕਿ ਅਸੀਂ ਭ੍ਰਿਸ਼ਟਾਚਾਰ ਇੱਕ ਹਫ਼ਤੇ 'ਚ ਖਤਮ ਕਰ ਦਿਆਂਗੇ। ਚਲੋ ਇਹ ਗੱਲ ਤੇ ਕਹਿਣ ਵਾਸਤੇ ਹੁੰਦੀ ਹੈ ਕਿ ਹਫ਼ਤੇ 'ਚ ਖਤਮ ਹੋਏਗਾ, ਪਰ ਉਹ ਲੱਗ ਪਹਿਲੇ ਦਿਨ ਤੋਂ ਪਿਆ ਸੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ WhatsApp ਨੰਬਰ ਜਾਰੀ ਕੀਤਾ ਸੀ ਕਿ ਇਹਦੇ ਉੱਤੇ ਸੂਚਨਾ ਦਿਓ। ਕੁਝ ਉਸ ਤਰ੍ਹਾਂ ਦੀਆਂ ਸੂਚਨਾ ਪ੍ਰਾਪਤ ਹੋਈਆਂ, ਕੁਝ ਹੋਰ ਜਿਹੜੀਆਂ ਜਾਂਚ ਚੱਲ ਰਹੀ ਸੀ ਉਹਦੇ ਉੱਤੇ ਪਤਾ ਲੱਗਿਆ, ਜਿਵੇਂ ਜੰਗਲਾਤ ਮਹਿਕਮੇ ਦੇ ਵਿੱਚ ਜਾਂਚ ਚੱਲ ਰਹੀ ਸੀ ਤੇ ਆਪਣਾ ਧਰਮਸ਼ੋਤ ਜਿਹੜੇ ਮੰਤਰੀ ਰਹੇ ਸੀ ਕਾਂਗਰਸ ਸਰਕਾਰ ਵੇਲੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ, ਸੰਗਤ ਸਿੰਘ ਗਿਲਜੀਆਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ, ਬਹੁਤ ਸਾਰੇ ਮੁਕੱਦਮੇ ਦਰਜ ਹੋਏ। ਸੰਗਤ ਸਿੰਘ ਗਿਲਜੀਆਂ ਅਜੇ ਫਰਾਰ ਨੇ, ਧਰਮਸ਼ੋਤ ਫੜੇ ਗਏ ਨੇ। ਆਮ ਆਦਮੀ ਪਾਰਟੀ ਦੇ ਆਪਣੇ ਮੰਤਰੀ ਉਹ ਵੀ ਜੇਲ੍ਹ ਦੇ ਵਿੱਚ ਨੇ। ਕੁਝ ਹੋਰ ਲੋਕ ਜਿਹੜੇ ਨੇ ਉਹ ਭੱਜ ਦੌੜ ਕਰ ਰਹੇ ਨੇ। ਭਾਰਤ ਭੂਸ਼ਣ ਆਸ਼ੂ ਜਿਹੜੇ ਨੇ ਉਹ ਵੀ ਅਦਾਲਤਾਂ ਦੇ ਚੱਕਰ ਲਾ ਰਹੇ ਨੇ, ਪਰ ਉਹਨਾਂ ਨੂੰ ਪੇਸ਼ਗੀ ਜ਼ਮਾਨਤ ਜਿਹੜੀ ਉਹ ਨਹੀਂ ਮਿਲੀ। ਇਸ ਵੇਲੇ ਉਹ ਅੰਡਰਗਰਾਊਂਡ ਹੀ ਚੱਲ ਰਹੇ ਨੇ। ਸਰਕਾਰ ਇੱਕ ਕਿਸਮ ਦੇ ਨਾਲ ਇਸ ਪਾਸੇ ਤਾਂ ਕਾਰਗੁਜ਼ਾਰੀ ਆਪਣੀ ਦਿਖਾ ਰਹੀ ਹੈ ਕਿ ਭ੍ਰਿਸ਼ਟ ਲੋਕ ਜਿਹੜੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਆਮ ਆਦਮੀ ਪਾਰਟੀ ਦੇ 92 ਦੇ 92 ਜਿਹੜੇ ਵਿਧਾਇਕ ਚੁਣੇ ਗਏ ਨੇ, ਪਹਿਲੀ ਵਾਰੀ ਚੁਣੇ ਗਏ ਨੇ ਬਹੁਤੇ ਉਹਨਾਂ ਦੇ ਵਿੱਚੋਂ, ਔਰ ਉਹਨਾਂ ਨੇ ਅਜੇ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕਰਨਾ ਹੈ। ਕਾਰਜਕਾਲ ਪੂਰਾ ਕਰਨ ਤੋਂ ਬਾਅਦ ਹੀ ਫੇਰ ਪਤਾ ਲੱਗੇਗਾ ਕਿ ਇਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ। ਕਈਆਂ ਦੀ ਕਾਰਗੁਜ਼ਾਰੀ ਦਾ ਨਾਲੋਂ ਨਾਲ ਵੀ ਪਤਾ ਲੱਗ ਰਿਹਾ ਹੈ, ਕਈਆਂ ਦਾ ਪਤਾ ਲੱਗ ਜਾਏਗਾ। ਉਸ ਤੋਂ ਬਾਅਦ ਫਿਰ ਅਗਲੀਆਂ ਸਰਕਾਰਾਂ ਜਿਹੜੀਆਂ ਆਉਣਗੀਆਂ ਉਹ ਫਿਰ ਪਿਛਲੇ ਪਾਸੇ ਦੀ ਜਾਂਚ ਕਰਾਉਣਗੀਆਂ। ਚਾਹੀਦਾ ਇਹ ਹੈ ਕਿ ਪਿਛਲਿਆਂ ਦੇ ਖਿਲਾਫ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਮੌਜੂਦਾ ਪੱਧਰ ਦੇ ਉੱਤੇ ਇਸ ਨੂੰ 0% ਟੋਲਰੈਂਸ ਚਾਹੀਦੀ ਹੈ ਕਿ ਕੋਈ ਵੀ ਬੰਦਾ ਜਿਹੜਾ ਹੈ ਉਹ ਇਸ ਚੀਜ਼ ਦੀ ਜ਼ਰੂਰਤ ਨਾ ਕਰ ਸਕੇ ਕਿ ਉਹ ਭ੍ਰਿਸ਼ਟ ਤਰੀਕੇ ਅਪਣਾ ਕੇ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕਰੇ। ਉਸ ਨੂੰ ਠੀਕ ਢੰਗ ਨਾਲ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ। ਇਹ ਅਜੇ ਬਹੁਤ ਔਖਾ ਕੰਮ ਹੈ ਜਿਸ ਨੂੰ ਹੱਥ ਪਾਇਆ ਆਮ ਆਦਮੀ ਪਾਰਟੀ ਸਰਕਾਰ ਨੇ। ਕਾਮਯਾਬ ਹੁੰਦੀ ਹੈ ਕਿ ਨਹੀਂ, ਇਸ ਨੂੰ ਆਪਾਂ ਦੇਖਾਂਗੇ। ਸੰਧੂ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਧੰਨਵਾਦ ਜੀ। ਕੱਲ੍ਹ ਫਿਰ ਗੱਲਬਾਤ ਹੋਏਗੀ। ਠੀਕ ਹੈ ਬਾਸੂ ਜੀ, ਬਹੁਤ ਬਹੁਤ ਧੰਨਵਾਦ।